गरीब आदमी है ਅਸੀਂ ਇਸ ਤਰ੍ਹਾਂ ਦੌੜਦੇ ਆ ਜਿੱਦਾਂ ਕਿ ਨਸ਼ਾ ਵੇਚਣ ਵਾਲਾ ਬੰਦਾ ਨਹੀਂ ਦੌੜਦਾ। ਕਹਿ ਲੋ ਕਿ ਮਨਸ਼ਿਆਤ ਫਰੋਜ਼ ਦੌੜਦਾ। ਬਣ ਕੇ ਸਾਨੂੰ ਤਾਂ ਆਪਣੇ ਕੰਮ ਭੁੱਲ ਗਏ ਭਾਈ ਜੀ, ਪੈਟਰੋਲ ਤੇ ਮਹਿੰਗਾਈ ਦੀ ਵਜ੍ਹਾ ਤੋਂ ਸਾਡਾ ਕਈ ਦਿਨ ਸਾਡੇ ਘਰ ਚਾਹ ਨਹੀਂ ਪੱਕਦੀ, ਰੋਟੀ ਨਹੀਂ ਪੱਕਦੀ। ਸਾਡਾ ਪੈਟਰੋਲ ਲੈ ਬੈਠੇ ਆ ਮੀਆਂ ਸਾਹਿਬ, ਸਾਡੇ ਕੋਲ ਤਰਸ ਕਰੋ, ਤੁਹਾਡੀ ਮਿਹਰਬਾਨੀ। ਪੈਟਰੋਲ ਦੀਆਂ ਕੀਮਤਾਂ ਘੱਟ ਕਰੋ, ਬਹੁਤ ਪਰੇਸ਼ਾਨ ਆ। ਛੋਟੇ ਛੋਟੇ ਬੱਚੇ ਅਸੀਂ ਕੋਈ ਕੰਮ ਹੋਰ ਕਰ ਨਹੀਂ ਸਕਦੇ। ਇਹ ਸਾਨੂੰ ਬਿੱਲ ਅੱਗੇ ਮੈਨੂੰ 2000 ਹੁੰਦਾ ਸੀ, ਹੁਣ ਮੈਨੂੰ 6000 ਰੁਪਏ ਬਿੱਲ ਹੈ। ਮੇਰੇ ਕੋਲ ਤਾਰਨ ਵਾਸਤੇ ਪੈਸੇ ਨਹੀਂ ਹੈ। रेड़ियाँ लगदियाँ नहीं, कारोबार है नहीं, रेड़ियाँ वाला बहुत सिस्टम ख़राब होया पिया। नाजरीन एट न्यूज़ डिजिटल के साथ मैं हूं आपका होस्ट तैयब हसनैन डोगर। नाजरीन आज हम पहुंचे हैं आवाम के दरमियान ये जानने के लिए कि इस महंगाई ने किस तरह आवाम की ज़िंदगी को मुतासर किया है, किस तरह लोगों के कारोबार मुतासर हुए हैं और उनको किन किन मुश्किलात का सामना है। तो आइए जानते हैं आवाम से कि किस तरह महंगाई ने उनकी ज़िंदगी को मुतासर किया। नाजरीन ये हमारे साथ कुछ रेडी वाले भाई मौजूद हैं, इनसे जानते हैं कि इनका कारोबार इस महंगाई ने किस तरह मुतासर किया है। अस्सलाम वालेकुम जी। वालेकुम सलाम। महंगाई तो भावें बहुत सारी हैगी आ, लेकिन कारोबार शहर च कणक का रेट वध गया, तेल का रेट वध गया, लोग हर चीज़ स्टाक करी जाते हैं। गौरमेंट नूं चाहिए इस चीज़ उत्ते एक्शन लेना चाहिए। क्यों अगे बाजी कह रही थी 12 रुपए की 15 रुपए की रोटी करनी है, ਹੁਣ ਰੋਟੀ 20 ਰੁਪਏ ਦੀ ਕਰ ਰਹੇ ਆ, ਨਾਨ 25 ਰੁਪਏ ਦਾ ਕਰ ਰਹੇ ਆ। ਗਰੀਬ ਆਦਮੀ ਕੀ ਖਾਵੇ? ਕਾਰੋਬਾਰ ਅੱਗੇ ਹੈ ਨਹੀਂ। ਸਵੇਰ ਦੇ ਆਏ ਆ, 6 ਚੱਕਰ ਗਲੀ ਤੇ ਮਾਰੀ ਦੇ ਆ, ਕਾਰੋਬਾਰ ਹੈ ਨਹੀਂ। ਅਸੀਂ ਇਹ ਕਹਿੰਦੇ ਕੋਈ ਮਹਿੰਗਾਈ ਘਟਾਣੀ ਚਾਹੀਦੀ ਆ। ਕੋਈ ਉਮੀਦ ਹੈ ਕਿ ਮਹਿੰਗਾਈ ਘਟੇਗੀ? ਵੇਖੋ ਜੀ, ਅੱਛਾ ਕੰਮ ਆ, ਮਹਿੰਗਾਈ ਘਟਣੀ ਚਾਹੀਦੀ ਹੈ। ਆਵਾਮ ਨੂੰ ਕਿਹੜਾ ਹੁਣ ਸਾਡਾ ਸੋਚਣਾ ਚਾਹੀਦਾ। ਅੱਗੇ ਵੀ ਮਹਿੰਗਾਈ ਦੀ ਬਾਜੀ ਨਹੀਂ ਘਟਾਈ ਆ, ਅਸੀਂ ਵੀ ਹੁਣ ਵੀ ਬਾਜੀ ਅੱਗੇ ਕਰਦੇ ਆ ਵੀ ਤੂੰ ਸਾਨੂੰ ਆਗਰੇ ਲੀਫ ਦੇਣੀ ਹੈ, ਬੱਕਰੇ ਦੀ ਹੈ, ਇੱਦਾਂ ਮਤਲਬ ਪਲਾਟਾਂ ਦੀ। ਸਾਨੂੰ ਬਿੱਲ ਅੱਗੇ ਮੈਨੂੰ 2000 ਹੁੰਦਾ ਸੀ, ਹੁਣ ਮੈਨੂੰ 6000 ਰੁਪਏ ਬਿੱਲ ਹੈ। ਮੇਰੇ ਕੋਲ ਤਾਰਨ ਵਾਸਤੇ ਪੈਸੇ ਨਹੀਂ ਹੈ। ਰੇੜੀਆਂ ਲੱਗਦੀਆਂ ਨਹੀਂ, ਕਾਰੋਬਾਰ ਹੈ ਨਹੀਂ। ਰੇੜੀਆਂ ਵਾਲਾ ਬਹੁਤ ਸਿਸਟਮ ਖਰਾਬ ਹੋਇਆ ਪਿਆ। ਅਸਾਦ ਵੀ ਨਿੱਕੇ ਨਿੱਕੇ ਬੱਚੇ ਆ, ਦੁੱਧ ਲੈਣ ਜੋ 200 ਰੁਪਏ ਦਾ ਦੁੱਧ ਦਿੰਦੇ, ਉਹ ਵੀ ਕੱਚਾ ਪਾਣੀ ਪਾ ਕੇ ਦਿੰਦੇ ਆ। ਕਹਿੰਦੇ ਲੈਣਾ ਲੈ, ਨਹੀਂ ਤਾਂ ਪਰੇ ਹੋਇਆ। ਉਹ ਇਸ ਤਰ੍ਹਾਂ ਕਿੱਦਾਂ ਮਤਲਬ ਫਲਾਉਣ ਬਣੇ ਪਏ ਆ ਸਾਡੇ ਉੱਤੇ। ਗਰੀਬ ਆਦਮੀ ਚੀਜ਼ ਲੈਣ ਲੱਗਾ ਡਰਦਾ, ਯਾਰ ਸਾਡੇ ਕੋਈ ਚੀਜ਼ ਨਾ ਖੁਰਪਾ ਨਾ ਸਾਡੇ ਸਿਰ ਤੇ ਮਾਰ ਦੇਵੇ। ਡਰਦੇ ਚੁੱਪ ਕਰਕੇ ਚੀਜ਼ ਲੈ ਘਰ ਚੱਲ ਜਾਈਦਾ। ਘਰ ਜਾਂਦੇ ਬੁੱਢੀਆਂ ਕਹਿੰਦੀਆਂ ਕੱਚਾ ਪਾਣੀ ਲਿਆਉਣ ਦਾ। ਬੁੱਢੀਆਂ ਵੀ ਸੱਚੀਆਂ, ਦੁਕਾਨਦਾਰ ਵੀ ਸੱਚੇ। ਹੁਣ ਉਹ ਕਹਿੰਦੇ ਸਾਨੂੰ ਵਾਰਾ ਨਹੀਂ ਖਾਂਦਾ ਦੁੱਧ। 400 ਰੁਪਏ ਲੀਟਰ ਤੇਲ ਆ ਤੇ ਦੁੱਧ ਅਸੀਂ ਵੇਚਣ ਦੇ 180 200 ਰੁਪਏ। ਅਸੀਂ ਪਾਣੀ ਤੁਹਾਨੂੰ ਪਿਆਣਾ, ਸੁੱਕਾ ਦੁੱਧ ਹੀ ਤੁਹਾਨੂੰ ਪਿਆਣਾ। ਇਹ ਚੀਜ਼ ਦੇ ਉੱਤੇ ਵੀ ਇਸ ਬਾਜੀ ਨੂੰ ਖਾਸ ਚਾਹੀਦਾ। ਕਿੱਦਾਂ ਗੋਸ਼ਤ ਦਾ ਰੇਟ 1700 ਰੁਪਏ ਕੀਤਾ ਤੇ ਦਿੰਦੇ ਕੋਣੀ ਇਹਦਾ। ਛੋਟਾ ਕੁਛ 1700 ਰੁਪਏ 800 ਰੁਪਏ ਦਿੰਦੇ ਨਹੀਂ ਹੈ, ਲੇਕਿਨ ਇਸ਼ੂ ਤੇ ਹੈ। ਦੁਕਾਨਦਾਰ ਦੇ ਸਟਿੱਕਰ ਲੱਗੇ ਆ ਜੀ, ਆ ਦੇ ਰਿਹਾ ਜੀ 800 ਰੁਪਏ, ਇਹ 17 ਦਿੰਦੇ ਨਹੀਂ। ਕਿੰਨਾ ਦੇਣਾ? ਉਹਨਾਂ ਨੇ ਪਾਣੀ ਪਾ ਕੇ ਦੇਣਾ, ਕੱਚਾ ਦੇਣਾ, ਅੱਧੀ ਚਰਬੀ ਅੱਧਾ ਗੋਸ਼ਤ। ਬਸ ਕੋਈ ਚਾਹੀਦਾ ਬਾਜੀ ਨੂੰ ਇਸ ਚੀਜ਼ ਉੱਤੇ। ਸਾਨੂੰ ਗੌਰਮੈਂਟ, ਚੌਧਰੀ ਤਾਲ ਸਾਹਿਬ, ਬਲਾਲ ਸਾਹਿਬ, AC ਸਾਹਿਬ ਔਰ ਖਾਨ ਬਹਾਦਰ ਸਾਹਿਬ ਨੂੰ, ਰੇਹੜੀਆਂ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ। ਇਹਨਾਂ ਨੂੰ ਅੱਛਾ ਕੋਈ ਇਹਨਾਂ ਦਾ ਬੰਦੋਬਸਤ ਕੀਤਾ ਜਾਏ। शुक्रिया और मेहरबानी। अस्सलाम वालेकुम जी। वालेकुम सलाम भाई। भाई ये बताएंगे महंगाई ने किस तरह आपका एक रेडी वाला कारोबार है, इसको किस तरह मुतासर किया? रेडी वाला कारोबार बिल्कुल ख़त्म हो गया जी, बिल्कुल। क्यों? बेरोज़गारी है जी, गरीब आदमी ਨੂੰ ਖਲੋਣ नहीं ਦਿੱਤਾ ਜਾ ਰਿਹਾ। गरीब आदमी रोटी नहीं अपनी कमा सकता। कौन नहीं खिलौन दे रहे जी? जिस तरह कानून वक्त के हिसाब ਨਾਲ बनाया गया जी, ਉਸੇ ਤਰ੍ਹਾਂ ਜੀ ਕਿਹਾ ਜਾ ਰਿਹਾ ਸੀ ਕਿ ਰੇੜੀ ਵਾਲਿਆਂ ਵਾਸਤੇ ਇੱਕ ਲਹਿਦਾ ਜਗ੍ਹਾ ਬਣ ਰਹੀ ਹੈ, ਉੱਥੇ ਤੁਸੀਂ ਆਪਣਾ ਜਿਹੜਾ ਸਟਾਲ ਲਾ ਕੇ ਤੇ ਸੇਲ ਕਰ ਸਕਦੇ ਹੋ। ਨਹੀਂ ਜੀ, ਕੋਈ ਜਗ੍ਹਾ ਨਹੀਂ ਦਿੱਤੀ ਗਈ ਜੀ। ਵਾਅਦਾ ਕਈ ਵਾਰੀ ਕੀਤਾ ਜੀ, AC ਸਾਹਿਬ ਨੇ ਵੀ ਕੀਤਾ ਜੀ, 4-5 ਮਹੀਨੇ ਪਹਿਲਾਂ ਵੀ ਕੀਤਾ ਸੀ ਜੀ। ਅੱਜ ਤੁਹਾਨੂੰ ਜਗ੍ਹਾ ਦੇਣੇ ਜੀ, ਜਗ੍ਹਾ ਨਹੀਂ ਦਿੱਤੀ ਗਈ ਜੀ। ਤੇ ਹੁਣ ਕੀ ਮੁਤਾਲਬਾ ਹੈ? ਕੀ ਮੁਤਾਲਬਾ ਇਹ ਹੈ ਵੀ ਅਸੀਂ ਤਾਂ ਬਿਲਕੁਲ ਗਰੀਬ ਆਦਮੀ ਹਾਂ। ਅਸੀਂ ਇਸ ਤਰ੍ਹਾਂ ਦੌੜਦੇ ਹਾਂ ਜਿੱਦਾਂ ਕਿ ਨਸ਼ਾ ਵੇਚਣ ਵਾਲਾ ਬੰਦਾ ਨਹੀਂ ਦੌੜਦਾ। ਕਹਿ ਲਓ ਕਿ ਮਨਸ਼ਿਆਤ ਫਰੋਜ਼ ਦੌੜਦਾ, ਚੋਰ ਡਾਕੂ ਦੌੜਦੇ ਆ। ਅਸੀਂ ਆਪਣੀ ਗਰੀਬ ਆਦਮੀ ਬੱਚਿਆਂ ਦੀ ਰੋਜ਼ੀ ਨਹੀਂ ਕਮਾ ਸਕਦੇ। ਬਿੱਲਾਂ ਦੇ ਉਸ ਤਰ੍ਹਾਂ ਹੀ ਬਿੱਲ ਘਰਾਂ 'ਚ ਪਏ, ਕਿਸ਼ਤਾਂ ਕਰਵਾ ਕੇ ਆਵਾਜ਼ ਆ ਰਹੇ। ਜੇ ਕਿਸ਼ਤ ਕਰਵਾਉਣ ਜਾਂਦੇ, ਕਿਸ਼ਤ ਨਹੀਂ ਕਰਕੇ ਦਿੰਦੇ। ਇਹ ਚੀਜ਼ ਆ, ਦਿਨ ਦਿਹਾੜ ਦੇ ਕੱਪੜਾ ਨਾ ਲੀੜਾ ਕੋਈ ਸ਼ੈ ਨਹੀਂ ਜੀ। ਬਿਲਕੁਲ ਅਸੀਂ ਉਸ ਤਰ੍ਹਾਂ ਹੀ ਵਿਹਲੇ ਬੈਠੇ ਹਾਂ। उम्मीद आ रही ਤੁਹਾਡੀ ਕੋਈ ਸੇਲ नहीं, सारे कोई शय नहीं जी। तो जनाब ये बहुत ज़्यादा परेशानी बना रखी है हुकूमत ने। ऐसे ही बस ये डोंग नचा रहे हैं, कभी कम कर देते हैं, कभी तेज़ कर देते। वो यार हम बर्दाश्त कर सकते हैं, एक ही दफ़ा कर ले जो कर सकते हैं। भाईजान हमें फुद्दू पागल बनाया हुआ इन लोगों ने, ठीक है। एक तो हम गरीब है, ऊपर से ये हमारी रोज़ाना ही मैं गलत लफ्ज़ इस्तेमाल करूँ इन लोगों के लिए। यार ये इनको बिल्कुल भी तमीज़ नहीं है यार एक बारी तुसी बिल्कुल महंगा कर दो, रोज़ कदी सस्ता कदी तेज़ कदी महंगा कदी घट, ठीक है। ये बिल्कुल नाइंसाफ़ी है। इस तरह का इंसाफ हमारे पाकिस्तान में नहीं होना चाहिए भाईजान।
ठीक है, एक दफ़ा कर ले जो भी करना है, उसके बाद यार हम बंदे हैं, मर्द हैं, हम मजदूरी करना जानते हैं, हम चोर डकैत नहीं हैं, ठीक है ना, हम डकैत नहीं हैं, चोर नहीं हैं, भागने वाले नहीं हैं, हम मजदूर बंदे हैं, हम सब कुछ बर्दाश्त कर सकते हैं, हम महंगाई हर एक चीज़ का, लेकिन इनकी 2 नंबरी बिल्कुल भी किसी दौर में नहीं बर्दाश्त कर सकते, ठीक है। इसीलिए मेरी अपील है इनसे, मरियम नवाज़ साहबी से, क्योंकि वो सबकी माँ अगर बनी है ना तो अच्छे तरीके के साथ कम से कम हम मजदूरों की तो बने इस पेट्रोल के हवाला से एक दफ़ा कर लें, जितना मर्जी रोज़ाना। मैं समझता हूँ आपकी कोई मजबूरी होगी, कभी ऊपर कभी नीचे, लेकिन एक दफ़ा कर ले जो भी करना है। तो मुझे उम्मीद है कि हम मजदूरों को परेशानी इस तरह से नहीं आएगी। वगैरह मिल रही है कि नहीं? नहीं भाई गुजारा ही है यार कि दसिए तेन 800 रुपया गड्डी दी दिहाड़ी है तो 400 रुपये लीटर तेल होया पे रुलन नहीं है, सवारी बहती नहीं है, सुबह जलील होने 3 गेड़े लाए है, वो भी तेल पवा लिया जी, तो कोई बचत नहीं कोई बचत नहीं हो रही है, बच्चों का बहुत गुजारा हो रहा है। मुतालबा यही है कि तेल सस्ता कर दे, गरीब माड़ा बंदा जा सके रक्शे से बह के। ਹੁਣ ਤੇ ਈਦ ਵਗੈਰਾ ਦਾ ਸੀਜ਼ਨ ਆ ਤੇ ਆਵਾਮ ਆ ਰਹੀ ਹੈ ਕਿ ਨਹੀਂ? कोई नहीं भाई, कोई मसला दसा है, ਅਸੀਂ ਇੱਦਾਂ ਹੀ ਮੰਦੇ ਜਾ ਰਹੇ ਹੈਗੇ। ਮਹਿੰਗਾਈ ਦੀ ਵਜ੍ਹਾ ਨਾਲ ਸਾਡੇ ਕਾਰੋਬਾਰ ਬਹੁਤ ਡਾਊਨ ਹੋਏ ਆ ਜੀ। ਇੱਕ ਤੇ ਕਿਰਾਏ ਬਹੁਤ ਵਧੇ ਨੇ, ਤੇਲ ਦੀ ਵਜ੍ਹਾ ਨਾਲ ਟਰਾਂਸਪੋਰਟ ਦਾ ਕਿਰਾਇਆ ਬਹੁਤ ਵਧਿਆ, ਇੱਕ ਕਾਰਖਾਨੇਦਾਰਾਂ ਨੇ ਕਿਰਾਏ ਵਧਾਏ ਨੇ, ਲੇਕਿਨ ਗਾਹਕ ਜਿਹੜਾ ਸਾਡੇ ਕੋਲ ਆਉਂਦਾ ਵਾ ਉਹ ਗਾਹਕ ਪੁਰਾਣੇ ਰੇਟ ਤੇ ਲੱਗਾ ਵਾ, ਉਹ ਕਹਿੰਦਾ ਜੀ ਇਸ ਹਿਸਾਬ ਨਾਲ ਹੀ ਸਾਡੀ ਤਕਰੀਬਨ ਆਪਣਾ ਦਾ ਰਾਸ ਅਸੀਂ ਖਾ ਰਹੇ ਹਾਂ, ਕਮਾਈ ਵਾਲਾ ਕੋਈ ਖਾਤਾ ਨਹੀਂ ਹੈਗਾ। ਲੇਕਿਨ ਹਕੂਮਤ ਇਸ ਚੀਜ਼ 'ਚ ਸੋਚ ਨਹੀਂ ਰਹੀ, ਹਕੂਮਤ ਨੂੰ ਕੋਈ ਪਰਵਾਹ ਨਹੀਂ ਕਰਦੀ, ਨਾ ਤੇਲ ਦਾ ਰੇਟ ਘਟਾ ਰਹੀ ਆ, ਦਿਨ ਬ ਦਿਨ ਰੇਟ ਵਧਾਈ ਜਾ ਰਹੇ ਆ। ਫਿਰ ਨਵੇਂ ਤੋਂ ਨਵੇਂ ਟੈਕਸ ਲਾਏ ਨੇ, ਪੈਰਾ ਫੋਰਸ ਵਾਲੇ ਆਉਂਦੇ ਨੇ, ਉਹ ਸਮਾਨ ਚੁਕਾ ਦਿੰਦੇ ਨੇ, ਬਾਹਰ ਰੱਖੋ ਜੀ, ਅੰਦਰ ਚੁੱਕੋ ਜੀ, ਜੁਰਮਾਨੇ ਕਰਦੇ ਨੇ, ਇਹ ਉਹ ਬਹੁਤ ਸਾਡਾ ਮਸਲੇ ਮਸਾਇਲ ਹੋਏ ਨੇ। ਤੇ ਮਿਹਰਬਾਨੀ ਕਰਕੇ ਹਕੂਮਤ ਨੂੰ ਚਾਹੀਦਾ ਸਾਡੇ ਖਾਸ ਤਵੱਜੋ ਦੇਵੇ ਕਿ ਜੀ ਮਿਹਰਬਾਨੀ ਕਰਕੇ ਬਹੁਤ ਅਸੀਂ ਚੱਕੀ ਦੇ ਵਿੱਚ ਪਿਸ ਰਹੇ ਹਾਂ, ਠੀਕ ਹੈ। 410 ਰੁਪਏ ਲੀਟਰ ਤੇਲ ਹੋ ਗਿਆ, ਠੀਕ ਹੈ ਜੀ। महंगाई बहुत हो गई है, गुजारा बहुत मुश्किल हो रहा है, ठीक है। आप ही मरियम नवाज़ ਨੂੰ बस यही गुजारिश करने मेहरबानी तेल सस्ता कर दो, चलो साड़ी रोटी रोजी लग जाए, ठीक है। मेहरबानी करके बहुत महंगाई है, बहुत आटे च सवारी मिलती नहीं है, ठीक है जी। सवारी मिले तो पैसे घट देंदी है, वो गुजारा घर का जोड़ा मसला ना बहुत मुश्किल हो रहा है, ठीक है। बराए मेहरबानी करके बाजी मरियम नवाज़ ਨੂੰ ਅਸੀਂ ਕਹਿੰਦੇ ਆ मेहरबानी तेल ਜਿਹੜਾ ਨਾ थोड़ा घट किया जाए, मेहरबानी जी। सुबह की कोई सवारी मिली? नहीं जी, कोई नहीं मिली सवारी जी, कोई मिली नहीं सवारी, कोई नहीं। तेल की वजह तो सवारी आ ही नहीं रही, चल जाती है सवारी, किराया पूछ के चले जाती, मुड़ के आती ही नहीं सवारी जी। मतलब कि आवाम किराया नहीं भरते, किराया नहीं भरते भाईजान, बहुत मुश्किल गुजारा है भाईजान। ਸਲਾਮ ਭਾਈਜਨ, ਗੱਲ ਇਹ ਆ ਕਿ ਸਾਡੀ ਮਜਬੂਰੀ ਇੱਥੇ ਤੱਕ ਬਣ ਗਈ, ਸਾਨੂੰ ਤਾਂ ਆਪਣੇ ਕੰਮ ਭੁੱਲ ਗਏ ਭਾਈ ਜੀ, ਪੈਟਰੋਲ ਤੇ ਮਹਿੰਗਾਈ ਦੀ ਵਜ੍ਹਾ ਤੋਂ। ਸਾਡਾ ਕਈ ਦਿਨ ਸਾਡੇ ਘਰ ਚਾਹ ਨਹੀਂ ਪੱਕਦੀ, ਰੋਟੀ ਨਹੀਂ ਪੱਕਦੀ, ਸਾਨੂੰ ਤਾਂ ਪੈਟਰੋਲ ਲੈ ਬੈਠੇ ਆ। ਮੀਆਂ ਸਾਹਿਬ ਸਾਡੇ ਕੋਲ ਤਰਸ ਕਰੋ, ਤੁਹਾਡੀ ਮਿਹਰਬਾਨੀ, ਪੈਟਰੋਲ ਦੀਆਂ ਕੀਮਤਾਂ ਘੱਟ ਕਰੋ, ਬਹੁਤ ਪਰੇਸ਼ਾਨ ਆ। ਛੋਟੇ ਛੋਟੇ ਬੱਚੇ ਅਸੀਂ ਕੋਈ ਕੰਮ ਹੋਰ ਕਰ ਨਹੀਂ ਸਕਦੇ, ਕਿਹੜੇ ਕੰਮ ਕਰੀਏ? ਉਮਰ ਸਾਡੇ ਕੋਲ ਰੱਖੇਗਾ ਮੁਲਾਜ਼ਮ ਤੇ ਕਿਸੇ ਨੇ ਰੱਖਣਾ, ਸਾਡੇ ਇਹੀ ਗੱਡੀ ਚਲਾ ਸਕਦੇ। ਤੁਹਾਡੀ ਮਿਹਰਬਾਨੀ, ਪੈਟਰੋਲ ਘਟਾਓ, ਪੈਟਰੋਲ ਦੀ ਕੀਮਤ ਘਟਾਓ, ਸਾਡਾ ਕਾਰੋਬਾਰ ਚੱਲੇ, ਸਾਡੇ ਕਾਰੋਬਾਰ ਬੰਦ ਹੋਏ ਨੇ। ਇਹ ਮਿਹਰਬਾਨੀ ਤੁਹਾਡੀ ਮੀਆਂ ਸਾਹਿਬ, ਬੜੀ ਮਿਹਰਬਾਨੀ ਹੈ जनाब। नाजरीन, आप देख रहे हैं किस तरह पाकिस्तान के अवाम टैक्सी वाले से लेके रेडी वाला तक हर इंसान परेशान है कि इस महंगाई ने उनके कारोबार को तबाह करके रख दिया है। तो हुकूमत से यही मुतालबा है कि इन पेट्रोल की कीमतों में कमी की जाए और आवाम के जो जितने भी मसाइल हैं, पेट्रोल की कीमतें बढ़ती हैं तो दीगर जितनी भी अशियाँ हैं उनकी कीमतें बढ़ जाती हैं। और अगर एक मजदूर की दिहाड़ी पहले 1500 थी, आज भी 1500 है, लेकिन उसका खर्चा डबल हो गया, ट्रिपल हो गया। तो हुकूमत से यही मुतालबा है कि आवाम को कुछ रिलीफ दिया जाए। इस वक्त ईद उल अज़हा का मौका है, लेकिन किसी किस्म का रेडी वालों से हमने बात की है, दुकानदारों से बात की है, उनका यही कहना है कि गाहक आता है, रेट पूछता है, चला जाता है। पहले तो गाहकों की शरह में बहुत ज़्यादा कमी आई है, अगर कोई आता भी है तो वो कीमत नहीं भरता। तो हुकूमत से यही मुतालबा है कि इनकी कीमतों को कम किया जाए, आवाम को कुछ रिलीफ दिया जाए। और आप लोगों से भी यही गुजारिश है कि इस वीडियो को ज़्यादा से ज़्यादा शेयर करें ताकि ये हुकूमती अवानों तक पहुँच सके। शुक्रिया।